बहुत ही प्यारे बच्चों, ਅੱਜ ਅਸੀਂ 12ਵੀਂ ਜਮਾਤ ਦਾ ਕੰਪਿਊਟਰ ਸਾਇੰਸ ਵਿਸ਼ੇ ਦਾ ਪਾਠ ਦੂਜਾ ਸਟ੍ਰਿੰਗ ਫੰਕਸ਼ਨ ਦੀ ਵਰਤੋਂ ਪੜਾਂਗੇ। ਇਸ ਪਾਠ ਦੇ ਉਦੇਸ਼ ਨੰਬਰ 1 ਸਟ੍ਰਿੰਗ ਕੀ ਹੈ, ਨੰਬਰ 2 ਸਟ੍ਰਿੰਗ ਤੇ ਕੀਤੀਆਂ ਜਾਣ ਵਾਲੀਆਂ ਪ੍ਰਕਿਰਿਆਵਾਂ, ਨੰਬਰ 3 ਸਟ੍ਰਿੰਗ ਦੀ ਘੋਸ਼ਣਾ ਡਿਕਲੇਰੇਸ਼ਨ ਆਫ ਸਟ੍ਰਿੰਗ ਅਤੇ ਨੰਬਰ 4 ਸਟ੍ਰਿੰਗ ਦੀ ਸ਼ੁਰੂਆਤ ਇਨੀਸ਼ਲਾਈਜੇਸ਼ਨ ਆਫ ਸਟ੍ਰਿੰਗ। ਅੱਜ ਅਸੀਂ ਇਹਨਾਂ ਸਾਰੇ ਵਿਸ਼ਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ। ਸਟ੍ਰਿੰਗ ਬਾਰੇ ਜਾਣਨ ਤੋਂ ਪਹਿਲਾਂ ਅਸੀਂ ਇਹ ਪੜਾਂਗੇ ਕਿ ਕਰੈਕਟਰ ਕੀ ਹੈ। ਕਰੈਕਟਰ ਕੋਈ ਅਲਫਾਬੈਟ, ਸੰਖਿਆ ਜਾਂ ਕੋਈ ਸਪੈਸ਼ਲ ਸਿੰਬਲ ਹੋ ਸਕਦਾ ਹੈ, ਜਾਂ ਫਿਰ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਕੀਬੋਰਡ ਦੇ ਉੱਪਰ ਸਥਿਤ ਕੋਈ ਵੀ ਜਿਹੜਾ ਅੱਖਰ ਆ ਉਸ ਨੂੰ ਕਰੈਕਟਰ ਕਿਹਾ ਜਾਂਦਾ ਹੈ। ਕਰੈਕਟਰ ਨੂੰ ਹਮੇਸ਼ਾ ਇਕਹਿਰੇ ਕੌਮਿਆਂ ਵਿੱਚ ਲਿਖਿਆ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਇਹਨੂੰ ਇਕਹਿਰੇ ਕੌਮਿਆਂ ਵਿੱਚ ਲਿਖਿਆ ਹੋਇਆ ਹੈ ਅਤੇ ਇਹ ਕਰੈਕਟਰ ਨੂੰ ਰਿਪਰੈਜ਼ੈਂਟ ਕਰਦਾ ਹੈ। ਸਟ੍ਰਿੰਗ ਕੀ ਹੈ? ਸਟ੍ਰਿੰਗ ਚਿੰਨ੍ਹਾਂ ਦਾ ਸਮੂਹ ਹੁੰਦੀ ਹੈ। ਸਟ੍ਰਿੰਗ ਦੋਹਰੇ ਕੌਮਿਆਂ ਵਿੱਚ ਦਰਸਾਏ ਗਏ ਕਰੈਕਟਰਾਂ ਦੀ ਲੜੀ ਹੁੰਦੀ ਹੈ। ਜਿਵੇਂ ਕਿ ਕੰਪਿਊਟਰ ਇੱਕ ਸਟ੍ਰਿੰਗ ਹੈ। ਕੰਪਿਊਟਰ ਦੇ ਅੰਦਰ C ਇੱਕ ਕਰੈਕਟਰ, O ਇੱਕ ਕਰੈਕਟਰ, ਇਸੇ ਤਰ੍ਹਾਂ ਬਾਕੀ ਸਾਰੇ। ਪਰ ਜਦੋਂ ਅਸੀਂ ਇਹਨੂੰ ਇਕੱਠੇ ਲਿਖ ਲਿਆ ਅਤੇ ਦੋਹਰੇ ਕੌਮਿਆਂ ਦੇ ਵਿੱਚ ਆਪਾਂ ਇਹਨੂੰ ਮੈਂਸ਼ਨ ਕਰ ਦਿੱਤਾ ਤਾਂ ਇਹ ਕੀ ਬਣ ਜਾਂਦਾ? ਇੱਕ ਸਟ੍ਰਿੰਗ ਬਣ ਜਾਂਦੀ ਹੈ। ਤਾਂ ਸਟ੍ਰਿੰਗ ਕੀ ਹੁੰਦਾ? ਚਿੰਨ੍ਹਾਂ ਦਾ ਸਮੂਹ ਜਾਂ ਨੰਬਰ ਆਫ ਕਰੈਕਟਰਸ ਤੋਂ ਮਿਲ ਕੇ ਇੱਕ ਸਟ੍ਰਿੰਗ ਆ ਉਹ ਬਣਦੀ ਹੈ। ਸਟ੍ਰਿੰਗ ਵੇਰੀਏਬਲ ਅਸਲ ਵਿੱਚ ਕਰੈਕਟਰਾਂ ਦਾ ਇੱਕ ਐਰੇ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਐਰੇ ਬਾਰੇ ਜਾਣਦੇ ਹਾਂ ਕਿ ਐਰੇ ਦੇ ਵਿੱਚ ਅਸੀਂ ਇੱਕੋ ਵੇਰੀਏਬਲ ਦੇ ਵਿੱਚ ਅਨੇਕਾਂ ਮੁੱਲ ਸਟੋਰ ਕਰ ਸਕਦੇ ਹਾਂ, ਉਸੇ ਤਰੀਕੇ ਦੇ ਨਾਲ ਅਸੀਂ ਸਟ੍ਰਿੰਗ ਵੇਰੀਏਬਲ ਦੇ ਵਿੱਚ ਅਨੇਕਾਂ ਜਿਹੜੇ ਕਰੈਕਟਰ ਨੇ ਉਹਨਾਂ ਨੂੰ ਇੱਕ ਐਰੇ ਦੇ ਰੂਪ ਦੇ ਵਿੱਚ ਸਟੋਰ ਕਰਕੇ ਆਪਾਂ ਯੂਜ਼ ਕਰ ਸਕਦੇ ਹਾਂ। ਸਟ੍ਰਿੰਗ ਨੂੰ ਸਟੋਰ ਕਰਨਾ। ਸਟ੍ਰਿੰਗ ਹਮੇਸ਼ਾ ਕਰੈਕਟਰ ਟਾਈਪ ਐਰੇ ਵਿੱਚ ਹੀ ਸਟੋਰ ਹੁੰਦੀ ਹੈ। ਕਿਉਂਕਿ ਸਟ੍ਰਿੰਗ ਦਾ ਆਪਣਾ ਕੋਈ ਡਾਟਾ ਟਾਈਪ ਨਹੀਂ ਹੈ, ਇਸ ਕਰਕੇ ਸਟ੍ਰਿੰਗ ਹਮੇਸ਼ਾ ਕੈਰ ਜਾਂ ਕਰੈਕਟਰ ਟਾਈਪ ਦੇ ਡਾਟਾ ਟਾਈਪ ਨੂੰ ਹੀ ਯੂਜ਼ ਕਰਦਾ ਹੈ। ਕੰਪਿਊਟਰ ਇੱਕ ਵਰਡ, ਇਹਨੂੰ ਅਗਰ ਅਸੀਂ ਦੇਖੀਏ ਤਾਂ ਮੈਮਰੀ ਦੇ ਵਿੱਚ ਇਹ ਕਿਸ ਤਰ੍ਹਾਂ ਸਟੋਰ ਹੁੰਦਾ। ਆਪਾਂ ਜਾਣਦੇ ਹਾਂ ਸਾਰੇ ਕਿ ਐਰੇ ਦੀ ਜਿਹੜੀ ਇੰਡੈਕਸਿੰਗ ਆ ਉਹ ਹਮੇਸ਼ਾ 0 ਤੋਂ ਸਟਾਰਟ ਹੁੰਦੀ ਆ। ਅਗਰ ਅਸੀਂ ਇਹਦੀ ਮੈਮਰੀ ਰਿਪਰੈਜ਼ੈਂਟੇਸ਼ਨ ਦੇਖੀਏ ਤਾਂ CH0 ਉਸ ਇੰਡੈਕਸ ਦੇ ਉੱਪਰ C ਸਟੋਰ ਹੁੰਦਾ ਹੈ, CH1 ਦੇ ਉੱਤੇ O, CH2 ਦੇ ਉੱਤੇ M, ਇਸੇ ਤਰੀਕੇ ਦੇ ਨਾਲ ਬਾਕੀ ਸਾਰੇ ਜਿਹੜੇ ਕਰੈਕਟਰ ਨੇ ਉਹ ਅਲੱਗ-ਅਲੱਗ ਇੰਡੈਕਸ ਨੰਬਰ ਦੇ ਉੱਤੇ ਸਟੋਰ ਹੋਣਗੇ। ਇਸ ਸਟ੍ਰਿੰਗ ਦਾ ਅੰਤ ਕਰਨ ਲਈ ਇਹਦੇ ਅਖੀਰ ਦੇ ਵਿੱਚ ਇੱਕ ਨਲ ਕਰੈਕਟਰ ਹਮੇਸ਼ਾ ਯੂਜ਼ ਕੀਤਾ ਜਾਂਦਾ, ਜਿਹੜਾ ਕਿ ਸਟ੍ਰਿੰਗ ਦੇ ਅੰਤ ਹੋਣ ਬਾਰੇ ਦੱਸਦਾ ਹੈ। ਨਲ ਕਰੈਕਟਰ ਹਮੇਸ਼ਾ ਸਟ੍ਰਿੰਗ ਦੇ ਅੰਤ ਵਿੱਚ ਸਟੋਰ ਕੀਤਾ ਜਾਂਦਾ ਹੈ। ਇਹ ਸਟ੍ਰਿੰਗ ਨੂੰ ਖਤਮ ਕਰਨ ਲਈ ਵਰਤਿਆ ਜਾਂਦਾ ਹੈ। ਨਲ ਕਰੈਕਟਰ ਦਾ ਅਸਕਾਈ ਮੁੱਲ 0 ਹੁੰਦਾ ਹੈ। ਸਟ੍ਰਿੰਗ ਮੈਮਰੀ ਵਿੱਚ ਕਿਵੇਂ ਸਟੋਰ ਹੁੰਦੀ ਹੈ? ਕੰਪਿਊਟਰ ਦੀ ਮੈਮਰੀ ਵਿੱਚ ਸਾਰਾ ਡਾਟਾ ਨਿਊਮੈਰਿਕ ਕਿਸਮ ਵਿੱਚ ਸਟੋਰ ਹੁੰਦਾ ਹੈ। ਸਟ੍ਰਿੰਗ ਦੇ ਕਰੈਕਟਰ ਅਸਕਾਈ ਫਾਰਮੈਟ ਵਿੱਚ ਸਟੋਰ ਹੁੰਦੇ ਹਨ। ਹਰੇਕ ਕਰੈਕਟਰ ਮੈਮਰੀ ਦਾ ਇੱਕ ਬਾਈਟ ਘੇਰਦਾ ਹੈ। ਅਪਰ ਕੇਸ ਅਤੇ ਲੋਅਰ ਕੇਸ ਅੱਖਰ, ਨਿਊਮੈਰਿਕ ਡਿਜਿਟਸ ਅਤੇ ਹੋਰ ਵਿਸ਼ੇਸ਼ ਚਿੰਨ੍ਹਾਂ ਲਈ ਕੋਡ 0 ਤੋਂ 255 ਦੇ ਦਰਮਿਆਨ ਮੁੱਲ ਅਸਾਈਨ ਕੀਤਾ ਜਾਂਦਾ ਹੈ। ਜਿਵੇਂ ਕੰਪਿਊਟਰ ਸਟ੍ਰਿੰਗ ਇਸ ਤਰ੍ਹਾਂ ਸਟੋਰ ਹੋਵੇਗੀ।
ਕੰਪਿਊਟਰ ਸਟਿੰਗ ਤੁਸੀਂ ਦੇਖ ਰਹੇ ਹੋ ਸਾਰੇ COM ਅਲੱਗ-ਅਲੱਗ ਵਰਡਸ ਨੇ ਸਾਰੇ। ਉਹਦਾ ਅੰਤ ਕਰਨ ਦੇ ਲਈ ਨਲ ਕਰੈਕਟਰ ਯੂਜ਼ ਕੀਤਾ ਹੋਇਆ ਹੈ ਔਰ ਹਰੇਕ ਕਰੈਕਟਰ ਦਾ ਆਪਣਾ ਇੱਕ ਅਸਕਾਈ ਮੁੱਲ ਹੈ। ਜਿਸ ਤਰ੍ਹਾਂ ਕਿ C ਦਾ ਅਸਕਾਈ ਮੁੱਲ 99, O ਦਾ ਅਸਕਾਈ ਮੁੱਲ 111, M ਦਾ ਅਸਕਾਈ ਮੁੱਲ 109, P ਦਾ ਅਸਕਾਈ ਮੁੱਲ 112, ਇਸ ਤਰ੍ਹਾਂ ਬਾਕੀ ਸਾਰੇ ਕਰੈਕਟਰਸ ਦਾ। ਤਾਂ ਇਸ ਤਰ੍ਹਾਂ ਕੰਪਿਊਟਰ ਦੀ ਮੈਮਰੀ ਦੇ ਵਿੱਚ ਜਿੰਨੇ ਵੀ ਕਰੈਕਟਰ ਨੇ ਸਾਰੇ ਉਹ ਨੁਮੈਰਿਕ ਰੂਪ ਦੇ ਵਿੱਚ ਸਟੋਰ ਕੀਤੇ ਜਾਂਦੇ ਹਨ। ਸਟਰਿੰਗ ਤੇ ਕੀਤੀਆਂ ਜਾਣ ਵਾਲੀਆਂ ਪ੍ਰਕਿਰਿਆਵਾਂ। ਨੰਬਰ 1 ਸਟਰਿੰਗ ਨੂੰ ਪੜ੍ਹਨਾ। ਨੰਬਰ 2 ਸਟਰਿੰਗ ਨੂੰ ਲਿਖਣਾ। ਨੰਬਰ 3 ਇੱਕ ਸਟਰਿੰਗ ਨੂੰ ਦੂਜੀ ਸਟਰਿੰਗ ਤੇ ਕਾਪੀ ਕਰਨਾ। ਨੰਬਰ 4 ਸਟਰਿੰਗ ਨੂੰ ਮਿਲਾਉਣਾ ਜਾਂ ਲੜੀਬੱਧ ਕਰਨਾ। ਨੰਬਰ 5 ਸਟਰਿੰਗ ਦੀ ਬਰਾਬਰੀ ਲਈ ਤੁਲਨਾ ਕਰਨਾ। ਨੰਬਰ 6 ਸਟਰਿੰਗ ਨੂੰ ਉਲਟਾਉਣਾ। ਨੰਬਰ 7 ਸਟਰਿੰਗ ਦੀ ਲੰਬਾਈ ਪਤਾ ਕਰਨਾ। ਇਹ ਸਾਰੇ ਜਿਹੜੇ ਆਪਰੇਸ਼ਨ ਨੇ ਜਾਂ ਪ੍ਰਕਿਰਿਆਵਾਂ ਨੇ ਸਾਰੀਆਂ ਉਹ ਸਟਰਿੰਗ ਦੇ ਉੱਤੇ ਕੀਤੀਆਂ ਜਾ ਸਕਦੀਆਂ ਨੇ ਤੇ ਇਹਨਾਂ ਪ੍ਰਕਿਰਿਆਵਾਂ ਨੂੰ ਕਰਨ ਤੋਂ ਬਾਅਦ ਅਸੀਂ ਸਟਰਿੰਗ ਦੇ ਤੋਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਪ੍ਰਾਪਤ ਕਰਕੇ ਆਪਣੇ ਪ੍ਰੋਗਰਾਮ ਦੇ ਵਿੱਚ ਉਹਨਾਂ ਸਾਰਿਆਂ ਨੂੰ ਵਰਤ ਸਕਦੇ ਹਾਂ। ਸਟਰਿੰਗ ਦੀ ਘੋਸ਼ਣਾ ਡਿਕਲੇਰੇਸ਼ਨ ਆਫ ਸਟਰਿੰਗ। ਸਟਰਿੰਗ ਕਰੈਕਟਰ ਟਾਈਪ ਐਰੇ ਵਿੱਚ ਸਟੋਰ ਹੁੰਦੀ ਹੈ। ਕਿਉਂਕਿ ਸਟਰਿੰਗ ਦੀ ਆਪਣੀ ਕੋਈ ਡਾਟਾ ਟਾਈਪ ਨਹੀਂ ਹੁੰਦੀ, ਇਸ ਕਰਕੇ ਇਹ ਕਰੈਕਟਰ ਟਾਈਪ ਦੇ ਵਿੱਚ ਹੀ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਇਸ ਲਈ ਸਟਰਿੰਗ ਨੂੰ ਸਟੋਰ ਕਰਨ ਲਈ ਕਰੈਕਟਰ ਐਰੇ ਦੀ ਘੋਸ਼ਣਾ ਕੀਤੀ ਜਾਂਦੀ ਹੈ। ਸਟਰਿੰਗ ਦੀ ਬਣਤਰ, ਡਾਟਾ ਟਾਈਪ, ਸਟਰਿੰਗ ਨੇਮ, ਸਾਈਜ਼। ਹੇਠਾਂ ਅਸੀਂ ਐਗਜ਼ਾਮਪਲ ਲੈ ਲਈ ਉਹਦੀ। ਕੈਰ ਡਾਟਾ ਟਾਈਪ, ਨੇਮ ਸਟਰਿੰਗ ਨੇਮ, 10 ਕੀ ਆ ਉਹਦਾ ਸਾਈਜ਼। ਮੀਨਸ ਇਹਦੇ ਵਿੱਚ ਅਸੀਂ 10 ਜਿਹੜੀਆਂ ਕੀਮਤਾਂ ਨੇ 10 ਕਰੈਕਟਰਸ ਨੇ ਉਹ ਸਟੋਰ ਕਰਕੇ ਰੱਖ ਸਕਦੇ ਹਾਂ। ਅਖੀਰ ਦੇ ਵਿੱਚ ਨਲ ਕਰੈਕਟਰ ਆ ਤਾਂ ਅਸੀਂ ਇਹਦੇ ਵਿੱਚ ਮੈਕਸਿਮਮ 9 ਵੈਲਿਊਜ਼ ਜਿਹੜੀਆਂ ਜਾਂ 9 ਕਰੈਕਟਰਸ ਨੇ ਉਹ ਜਿਹੜੇ ਮੀਨਿੰਗਫੁਲ ਨੇ ਉਹ ਅਸੀਂ ਸਟੋਰ ਕਰਕੇ ਵਰਤ ਸਕਦੇ ਹਾਂ। ਤਾਂ ਸਟਰਿੰਗ ਦੀ ਘੋਸ਼ਣਾ ਸਟਰਿੰਗ ਕਰੈਕਟਰ ਟਾਈਪ ਐਰੇ ਵਿੱਚ ਸਟੋਰ ਹੁੰਦੀ ਹੈ। ਇਹ ਗੱਲ ਤੁਸੀਂ ਹਮੇਸ਼ਾ ਸਾਰਿਆਂ ਨੇ ਯਾਦ ਰੱਖਣੀ ਹੈ। ਆਪਾਂ ਐਗਜ਼ਾਮਪਲ ਨੂੰ ਡਿਸਕਸ ਕਰਦੇ ਹਾਂ ਹੁਣ। ਕੈਰ ਨੇਮ 10, ਕੈਰ ਕੀ ਹੈ ਇਹਦੇ ਵਿੱਚ ਡਾਟਾ ਟਾਈਪ, ਨੇਮ ਕੀ ਆ ਵੇਰੀਏਬਲ ਨੇਮ, 10 ਕੀ ਆ ਇਹਦਾ ਸਾਈਜ਼। ਮੇਰੇ ਖਿਆਲ 'ਚ ਤੁਹਾਨੂੰ ਇਹ ਕਲੀਅਰ ਹੋਏਗਾ ਕਿਉਂਕਿ ਐਰੇ ਨੂੰ ਅਸੀਂ ਬਹੁਤ ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਪਹਿਲਾਂ ਲਾਸਟ ਕਲਾਸ ਦੇ ਵਿੱਚ, ਔਰ ਇਹ ਜਿਹੜਾ ਕੰਸੈਪਟ ਆ ਇਹ ਤੁਹਾਡੇ ਲਈ ਮੇਰੇ ਹਿਸਾਬ ਨਾਲ ਕੋਈ ਬਹੁਤਾ ਔਖਾ ਨਹੀਂ ਹੈਗਾ। ਕੈਰ ਨੇਮ 10 ਸਟੇਟਮੈਂਟ ਮੈਮਰੀ ਵਿੱਚ 10 ਬਾਈਟ ਲਵੇਗੀ ਅਤੇ ਹਰ ਇੱਕ ਕਰੈਕਟਰ ਸਟੋਰ ਕਰੇਗੀ। ਸਟਰਿੰਗ ਹਮੇਸ਼ਾ ਨਲ ਕਰੈਕਟਰ ਨਾਲ ਖਤਮ ਹੁੰਦੀ ਹੈ, ਇਸ ਲਈ ਉਪਰੋਕਤ ਘੋਸ਼ਣਾ ਸਿਰਫ 9 ਕਰੈਕਟਰ ਹੀ ਵੱਧ ਤੋਂ ਵੱਧ ਸਟੋਰ ਕਰ ਸਕਦੀ ਹੈ। ਕਿਉਂਕਿ 0 ਤੋਂ ਇੰਡੈਕਸਿੰਗ ਸਟਾਰਟ ਹੋ ਜਾਣੀ ਆ ਤਾਂ ਬਾਕੀ ਦੇ ਜਿਹੜੇ ਸਟਰਿੰਗ ਦਾ ਅਸੀਂ ਜਦੋਂ ਅੰਤ ਕਰਨਾ ਵਾ ਉਹ ਤੋਂ ਪਹਿਲਾਂ ਜਿੰਨੇ ਅੱਖਰ ਅਸੀਂ ਸਟੋਰ ਕਰ ਸਕਦੇ ਹੋਈਏ ਉਹ ਸਾਡਾ ਮੈਕਸਿਮਮ ਉਹਦੇ ਵਿੱਚ ਅਸੀਂ ਵੈਲਿਊ ਜਿਹੜੀ ਆ ਉਹ ਸਟੋਰ ਕਰ ਸਕਦੇ ਹਾਂ। ਉਹ ਤੋਂ ਇਲਾਵਾ ਅਸੀਂ ਅਗਰ ਜ਼ਿਆਦਾ ਵੈਲਿਊ ਸਟੋਰ ਕਰਦੇ ਹਾਂ ਤਾਂ ਉਹ ਸਾਨੂੰ ਉਸ ਤਰੀਕੇ ਦੇ ਨਾਲ ਫਿਰ ਐਰੇ ਨੂੰ ਵੱਡੇ ਸਾਈਜ਼ ਦੇ ਨਾਲ ਡਿਕਲੇਅਰ ਕਰਨਾ ਪੈਂਦਾ ਹੈ। ਸਟਰਿੰਗ ਦੀ ਸ਼ੁਰੂਆਤ ਇਨੀਸ਼ੀਅਲਾਈਜੇਸ਼ਨ ਆਫ ਸਟਰਿੰਗ। ਸ਼ੁਰੂਆਤ ਮੀਨਸ ਇਨੀਸ਼ੀਅਲਾਈਜੇਸ਼ਨ ਕਰਨ ਤੋਂ ਭਾਵ ਹੈ ਕਿਸੇ ਕਰੈਕਟਰ ਐਰੇ ਨੂੰ ਮੁੱਲ ਪ੍ਰਦਾਨ ਕਰਨਾ। ਸਟਰਿੰਗ ਦੀ ਸ਼ੁਰੂਆਤ ਕਰਨ ਦੇ ਢੰਗ ਨੰਬਰ 1, ਨੰਬਰ 2 ਅਤੇ ਨੰਬਰ 3। ਹੁਣ ਇਹ 3 ਤਰੀਕੇ ਨੇ ਜਿਨ੍ਹਾਂ ਦੇ ਨਾਲ ਅਸੀਂ ਕਿਸੇ ਵੀ ਸਟਰਿੰਗ ਨੂੰ ਕੋਈ ਮੁੱਲ ਆ ਜਿਹੜਾ ਉਹ ਪ੍ਰਦਾਨ ਕਰ ਸਕਦੇ ਹਾਂ। ਇਹਨਾਂ ਅਲੱਗ-ਅਲੱਗ ਤਰੀਕਿਆਂ ਨੂੰ ਅਸੀਂ ਅੱਗੇ ਫਰਦਰ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਫਸਟ ਕੈਰ ਨੇਮ 10, ਇਹਦੇ ਵਿੱਚ ਡਾਟਾ ਟਾਈਪ ਕੀ ਆ ਕੈਰ, ਸਟਰਿੰਗ ਨੇਮ ਕੀ ਆ ਨੇਮ, ਸਾਈਜ਼ ਕੀ ਹੈ ਇਹਦਾ 10।
ਸਟ੍ਰਿੰਗ ਦਾ ਹਰ ਇੱਕ ਤੱਤ ਇਕਹਿਰੇ ਕੋਮਿਆਂ ਵਿੱਚ ਘੇਰਿਆ ਹੋਣਾ ਚਾਹੀਦਾ ਹੈ। ਉੱਪਰ ਤੁਸੀਂ ਦੇਖ ਰਹੇ ਹੋ ਐਗਜ਼ਾਮਪਲ ਦੇ ਵਿੱਚ C ਸਿੰਗਲ ਕੋਟਸ ਦੇ ਵਿੱਚ, ਫਿਰ ਕੌਮਾ O, ਫਿਰ P M, ਫਿਰ P, ਇਸੇ ਤਰ੍ਹਾਂ ਬਾਕੀ ਸਾਰੇ। ਔਰ ਸਟ੍ਰਿੰਗ ਦਾ ਅੰਤ ਕਰਨ ਦੇ ਲਈ ਅਸੀਂ ਕੀ ਯੂਜ਼ ਕਰਦੇ ਹਾਂ? ਨਲ ਕਰੈਕਟਰ। ਸਟ੍ਰਿੰਗ ਨੂੰ ਖਤਮ ਕਰਨ ਲਈ ਨਲ ਕਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਫਸਟ ਮੈਥਡ ਆ। ਇਹਦੇ ਵਿੱਚ ਅਸੀਂ ਸਾਈਜ਼ ਮੈਂਸ਼ਨ ਕਰਦੇ ਹਾਂ, ਸਟ੍ਰਿੰਗ ਵੇਰੀਏਬਲ ਦਾ ਨਾਮ ਅਸੀਂ ਮੈਂਸ਼ਨ ਕਰਦੇ ਹਾਂ, ਤੇ ਡਾਟਾ ਟਾਈਪ ਅਸੀਂ ਕਰੈਕਟਰ ਜਾਂ ਕੈਰ ਅਸੀਂ ਯੂਜ਼ ਕਰਦੇ ਹਾਂ, ਤੇ ਸਾਈਜ਼ ਅਕੋਰਡਿੰਗਲੀ ਅਸੀਂ ਇਹਦੇ ਵਿੱਚ ਜਿਹੜੀਆਂ ਕੀਮਤਾਂ ਨੇ ਉਹ ਮੈਂਸ਼ਨ ਕਰਨ ਤੋਂ ਬਾਅਦ ਅਸੀਂ ਇਹਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਸੈਕਿੰਡ ਵੇ, ਕੈਰ ਨੇਮ 1 10 is equal to ਕੰਪਿਊਟਰ। ਇਹਦੇ ਵਿੱਚ ਡਾਟਾ ਟਾਈਪ ਸੇਮ ਕੈਰ, ਸਟ੍ਰਿੰਗ ਨੇਮ name 1, ਸਾਈਜ਼ ਕੀ ਹੈ ਇਹਦਾ 10। ਸਾਰੀ ਸਟ੍ਰਿੰਗ ਦੋਹਰੇ ਕੌਮਿਆਂ ਨਾਲ ਘੇਰੀ ਹੋਣੀ ਚਾਹੀਦੀ ਹੈ। ਜਦੋਂ ਅਸੀਂ ਸੈਕਿੰਡ ਟਾਈਪ ਦੇ ਵਿੱਚ ਅਸੀਂ ਸਟ੍ਰਿੰਗ ਨੂੰ ਯੂਜ਼ ਕਰਦੇ ਹਾਂ ਤਾਂ ਜਿਹੜਾ ਸਟ੍ਰਿੰਗ ਦੇ ਅੰਦਰ ਜਿੰਨਾ ਵੀ ਅਸੀਂ ਕਰੈਕਟਰ ਯੂਜ਼ ਕਰਨੇ ਆ ਉਹ ਸਾਰੇ ਡਬਲ ਕੋਟਸ ਦੇ ਵਿੱਚ ਸਾਡੇ ਮੈਂਸ਼ਨ ਕੀਤੇ ਹੋਣੇ ਚਾਹੀਦੇ ਆ। ਸਟ੍ਰਿੰਗ ਨੂੰ ਖਤਮ ਕਰਨ ਲਈ ਨਲ ਕਰੈਕਟਰ ਲਿਖਣ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਇਸ ਕਿਸਮ ਦੇ ਵਿੱਚ ਕੰਪਾਈਲਰ ਆਪਣੇ ਆਪ ਹੀ ਸਟ੍ਰਿੰਗ ਦੇ ਅੰਤ ਦੇ ਵਿੱਚ ਨਲ ਕਰੈਕਟਰ ਹੈ ਜਿਹੜਾ ਉਹਨੂੰ ਅਸਾਈਨ ਕਰ ਦਿੰਦਾ ਹੈ। ਥਰਡ, ਕੈਰ ਨੇਮ 2 ਸਾਈਜ਼ ਮੈਂਸ਼ਨ ਨਹੀਂ ਕੀਤਾ ਹੋਇਆ ਇਜ਼ ਇਕੁਅਲ ਟੂ ਕੰਪਿਊਟਰ। ਇਹਦੇ ਵਿੱਚ ਡਾਟਾ ਟਾਈਪ ਕੈਰ, ਸਟ੍ਰਿੰਗ ਨੇਮ, ਵੇਰੀਏਬਲ ਨੇਮ, name 2 ਤੇ ਸਾਈਜ਼ ਕੀ ਆ ਨਾਟ ਮੈਂਸ਼ਨ। ਇਹਦੇ ਵਿੱਚ ਸਟ੍ਰਿੰਗ ਦੀ ਸ਼ੁਰੂਆਤ ਵੇਲੇ ਐਰੇ ਦਾ ਆਕਾਰ ਵਿਕਲਪਿਕ ਹੁੰਦਾ ਹੈ। ਇਸ ਨੂੰ ਛੱਡ ਵੀ ਸਕਦੇ ਹਾਂ, ਮੀਨਸ ਅਸੀਂ ਇਹਨੂੰ ਛੱਡ ਕੇ ਵੀ ਚੱਲ ਸਕਦੇ ਹਾਂ। ਜੇ ਹੁਣ ਇੱਥੇ ਮੈਂਸ਼ਨ ਨਹੀਂ ਕੀਤਾ ਤਾਂ ਕੰਪਾਈਲਰ ਨੇ ਕੀ ਕਰਨਾ, ਕੰਪਿਊਟਰ ਵਰਡ ਲਿਖਿਆ ਹੋਇਆ ਉਹਦੇ ਅਖੀਰ ਦੇ ਵਿੱਚ ਉਹਨੇ ਆਪਣੇ ਆਪ ਹੀ ਨਲ ਕਰੈਕਟਰ ਉਹਨੂੰ ਅਸਾਈਨ ਕਰ ਦੇਣਾ ਤੇ ਸਟ੍ਰਿੰਗ ਦਾ ਜਿਹੜਾ ਅੰਤ ਆ ਉੱਥੇ ਹੋ ਜਾਂਦਾ ਹੈ। ਸਾਰੀ ਸਟ੍ਰਿੰਗ ਦੋਹਰੇ ਕੌਮਿਆਂ ਨਾਲ ਘੇਰੀ ਹੋਣੀ ਚਾਹੀਦੀ ਹੈ। ਤਾਂ ਇਸ ਤਰ੍ਹਾਂ ਅਸੀਂ ਇਹਨਾਂ ਤਿੰਨਾਂ ਤਰੀਕਿਆਂ ਦੇ ਨਾਲ ਸਟ੍ਰਿੰਗ ਨੂੰ ਅਸੀਂ ਜਿਹੜੀਆਂ ਕੀਮਤਾਂ ਨੇ ਜਾਂ ਉਹਨੂੰ ਇਨੀਸ਼ੀਅਲਾਈਜ਼ ਅਸੀਂ ਉਹ ਕਰ ਸਕਦੇ ਹਾਂ। ਸਟ੍ਰਿੰਗ ਨੂੰ ਖਤਮ ਕਰਨ ਲਈ ਨਲ ਕਰੈਕਟਰ ਲਿਖਣ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਇਹਦੇ ਵਿੱਚ ਵੀ ਜਿਹੜਾ ਕੰਪਾਈਲਰ ਆ ਆਪਣੇ ਆਪ ਨਲ ਕਰੈਕਟਰ ਅਖੀਰ ਦੇ ਵਿੱਚ ਅਸਾਈਨ ਕਰ ਦਿੰਦਾ ਹੈ। ਪ੍ਰੈਕਟੀਕਲ ਦੇ ਲਈ ਆਪਾਂ ਡਿਕਲੇਰੇਸ਼ਨ ਔਰ ਇਨੀਸ਼ੀਅਲਾਈਜੇਸ਼ਨ ਸੈਕਸ਼ਨ ਦੇ ਵਿੱਚ ਜਿਹੜੀਆਂ ਐਗਜ਼ਾਮਪਲਸ ਅਸੀਂ ਡਿਸਕਸ ਆਲਰੇਡੀ ਕਰ ਚੁੱਕੇ ਹਾਂ ਉਹਨਾਂ ਐਗਜ਼ਾਮਪਲਸ ਨੂੰ ਹੀ ਅਸੀਂ ਹੁਣ ਪ੍ਰੈਕਟੀਕਲ ਦੇ ਵਿੱਚ ਇੰਪਲੀਮੈਂਟ ਕਰਾਂਗੇ ਤੇ ਸਮਝਾਂਗੇ ਕਿ ਉਹ ਸਾਡੀ ਜਿਹੜੀ ਸਟ੍ਰਿੰਗ ਦੀ ਆਊਟਪੁੱਟ ਆ ਉਹ ਕਿਸ ਤਰੀਕੇ ਦੇ ਨਾਲ ਅਸੀਂ ਜਨਰੇਟ ਸੌਖੇ ਵੇ ਦੇ ਨਾਲ ਅਸੀਂ ਕਰ ਸਕਦੇ ਹਾਂ। ਸ਼ੁਰੂ ਕਰਦੇ ਹਾਂ ਪ੍ਰੈਕਟੀਕਲ। ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਆ। 3 ਜਾਂ 4 ਪ੍ਰੋਗਰਾਮ ਹੀ ਬਣਾਉਣੇ ਨੇ ਮੈਂ ਇੱਥੇ, ਔਰ ਤੁਸੀਂ ਇਹਨਾਂ ਨੂੰ ਬਹੁਤ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਆ। ਈਜ਼ੀ ਨੇ। ਹੈਡਰ ਫਾਈਲਸ ਤੁਸੀਂ ਇਨਕਲੂਡ ਕਰ ਲੈਣੀਆਂ ਨੇ। ਅਸੀਂ ਤਾਂ 2 ਤਾਂ ਹਮੇਸ਼ਾ ਇਨਕਲੂਡ ਕਰਦੇ ਸੀ, ਹੁਣ ਤੁਸੀਂ ਥਰਡ ਵਨ ਇਨਕਲੂਡ ਕਰ ਲੈਣੀ ਹੈ ਜਿਹੜੀ ਕਿ ਸਟ੍ਰਿੰਗ ਦੇ ਲਈ ਅਸੀਂ ਵੈਸੇ ਉਹ ਸਟ੍ਰਿੰਗ ਦੇ ਆਪਰੇਸ਼ਨ ਦੇ ਲਈ ਸਾਨੂੰ ਅਸੀਂ ਯੂਜ਼ ਕਰਦੇ ਹਾਂ, ਪਰ ਅਸੀਂ ਹੁਣੇ ਤੋਂ ਉਹਨੂੰ ਇਨਕਲੂਡ ਕਰਾਂਗੇ। ਉਹ ਹੈਗੀ string dot h। string dot h ਇਸ ਤਰ੍ਹਾਂ ਮੇਨ ਔਰ ਕਰਲੀ ਬ੍ਰੈਕਟ ਸਟਾਰਟ ਤੇ ਕਲੋਜ਼। ਇਹਦੇ ਇਨਵਿਟਿਵ ਨੇ ਅਸੀਂ ਹੁਣ ਕੈਰ ch ਵੇਰੀਏਬਲ ਲਿਆ ਸੀ ਅਸੀਂ 10 ਔਰ ਇਨੀਸ਼ੀਅਲਾਈਜੇਸ਼ਨ ਸੈਕਸ਼ਨ ਦੇ ਵਿੱਚ ਅਸੀਂ ਸਿੰਗਲ ਕੋਟਸ ਦੇ ਵਿੱਚ ਅਸੀਂ ਇਹਨੂੰ ਯੂਜ਼ ਕਰਾਂਗੇ। ਇਸ ਤਰ੍ਹਾਂ ਹੁਣ ਅਸੀਂ ਵੈਲਿਊਜ਼ ਮੈਂਸ਼ਨ ਕਰ ਦਾਂਗੇ। ਤੇ ਲਾਸਟ ਦੇ ਵਿੱਚ ਯੈਸ ਨਲ ਕਰੈਕਟਰ। ਹੁਣ ਅਸੀਂ ਇਹਨੂੰ
ਪ੍ਰਿੰਟ ਕਰਨ ਦੀ ਕੋਸ਼ਿਸ਼ ਕਰਾਂਗੇ। ਪ੍ਰਿੰਟ ਕਰਨ ਲਈ ਅਸੀਂ ਇੱਥੇ ਪਰਸੈਂਟੇਜ ਐਸ ਲਗਾਉਂਦੇ ਹਾਂ। ਇੰਨਾ ਪ੍ਰੋਗਰਾਮ ਲਿਖ ਲਿਆ, ਇਹਨੂੰ ਕੰਪਾਈਲ ਕਰੋ ਪਹਿਲਾਂ ਪ੍ਰੋਗਰਾਮ ਨੂੰ ਸਾਰੇ ਨੂੰ, ਕੰਟਰੋਲ F9। ਵਿਦਾਊਟ ਐਰਰ ਸਾਡਾ ਪ੍ਰੋਗਰਾਮ ਕੰਪਾਈਲ ਹੋ ਗਿਆ। Alt F5 ਐਗਜ਼ੀਕਿਊਟ ਕਰਾਂਗੇ ਤਾਂ ਦੇਖਾਂਗੇ ਕਿ ਕੰਪਿਊਟਰ ਐਜ ਏ ਸਟ੍ਰਿੰਗ ਸਾਡੀ ਆਊਟਪੁੱਟ ਦੇ ਰੂਪ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ। ਤਾਂ ਇਸ ਤਰ੍ਹਾਂ ਇਹ ਅਸੀਂ ਡਿਕਲੇਰੇਸ਼ਨ, ਇਨੀਸ਼ੀਅਲਾਈਜੇਸ਼ਨ ਔਰ ਅਸੀਂ ਉਸ ਸਟ੍ਰਿੰਗ ਨੂੰ ਅਸੀਂ ਪ੍ਰਿੰਟ ਕਰ ਸਕਦੇ ਹਾਂ। ਸੈਕਿੰਡ ਮੈਥਡ ਸੀ ਸਾਡੇ ਕੋਲ, ਅਸੀਂ ਦੋਹਰੇ ਕੌਮਿਆਂ ਦੇ ਵਿੱਚ ਵੈਲਿਊ ਨੂੰ ਮੈਂਸ਼ਨ ਕਰਾਂਗੇ। ਕੰਪਿਊਟਰ, ਕੰਟਰੋਲ F9, Alt F5। ਤਾਂ ਇਸ ਵੇ ਦੇ ਨਾਲ ਵੀ ਸਾਡਾ ਪ੍ਰੋਗਰਾਮ ਸਹੀ ਤਰੀਕੇ ਨਾਲ ਵਰਕ ਕਰ ਰਿਹਾ ਹੈ ਤੇ ਸਾਡੀ ਆਊਟਪੁੱਟ ਜਨਰੇਟ ਹੋ ਰਹੀ ਹੈ। ਥਰਡ ਵਨ ਸੀ ਕਿ ਅਸੀਂ ਸਾਈਜ਼ ਮੈਂਸ਼ਨ ਨਹੀਂ ਕਰਦੇ ਸੀ। Alt F5। ਉਸ ਤਰੀਕੇ ਦੇ ਨਾਲ ਵੀ ਸਾਡਾ ਪ੍ਰੋਗਰਾਮ ਜਿਹੜਾ ਉਹ ਬੜੇ ਹੀ ਈਜ਼ੀ ਤਰੀਕੇ ਵੇ ਦੇ ਨਾਲ ਕੰਮ ਕਰ ਰਿਹਾ। ਤਾਂ ਇਹ ਤਿੰਨ ਮੈਥਡ ਸੀ ਅਸੀਂ ਡਿਸਕਸ ਕੀਤੇ ਸੀਗੇ ਇਨੀਸ਼ੀਅਲਾਈਜੇਸ਼ਨ ਦੇ, ਕਿ ਅਸੀਂ ਸਟਰਿੰਗ ਨੂੰ ਕਿੱਦਾਂ ਇਨੀਸ਼ੀਅਲਾਈਜ਼ ਕਰਦੇ ਹਾਂ ਤੇ ਅਸੀਂ ਹੁਣ ਉਹਦੀ ਪ੍ਰਿੰਟਿੰਗ ਵੀ ਕਰਕੇ ਦੇਖ ਲਈ। ਇੱਕ ਤੁਹਾਡੀ ਬੁੱਕ ਦੇ ਵਿੱਚ ਇੱਕ ਪ੍ਰੋਗਰਾਮ ਆ, ਉਹਨੂੰ ਆਪਾਂ ਡਿਸਕਸ ਕਰਨਾ ਹੁਣ। ਤੁਹਾਡੀ ਬੁੱਕ ਦੇ ਵਿੱਚ ਪ੍ਰੋਗਰਾਮ ਲਿਖਿਆ ਹੋਇਆ, ਇਹ ਵੈਲਿਊ ਮੈਂਸ਼ਨ ਕੀਤੀ ਹੋਈ ਆ ਔਰ ਅਸੀਂ ਲੂਪ ਯੂਜ਼ ਕਰਾਂਗੇ। ਇਹਦੇ ਲਈ ਅਸੀਂ ਇੰਟ a is equal to 0, ਇਹਦਾ ਪਹਿਲਾ ਮੁੱਲ 0 ਲੈ ਲਿਆ ਸੀ। ਵਾਈਲ ਅਸੀਂ ਲੂਪ ਨਾਲ ਪ੍ਰਿੰਟ ਕਰਾਂਗੇ ਹੁਣ ਇਸ ਵੈਲਿਊ ਨੂੰ। ਵਾਈਲ a less than equal to 2 ਬ੍ਰੈਕਟ ਸਟਾਰਟ, ਅਸੀਂ ਇੱਥੇ C ਯੂਜ਼ ਕਰਾਂਗੇ ਔਰ C ਇਹਦੇ ਨਾਲ ਅਸੀਂ ਇੰਡੈਕਸਿੰਗ ਮੈਂਸ਼ਨ ਕਰ ਦਾਂਗੇ। ਇਹਦੀ ਇੰਡੈਕਸਿੰਗ A ਨਾਲ ਆਊਗੀ ਔਰ ਲਾਸਟ ਦੇ ਵਿੱਚ ਅਸੀਂ ਇਹਦਾ ਇਨਕਰੀਮੈਂਟ ਦੇ ਦਾਂਗੇ। ਹੁਣ ਇਹ ਪ੍ਰੋਗਰਾਮ ਵਰਕ ਕਿਵੇਂ ਕਰੂਗਾ? A ਦੀ ਇਨੀਸ਼ੀਅਲ ਵੈਲਿਊ 0, A ਲੈਸ ਦੈਨ ਇਕੁਅਲ ਟੂ 2। ਇਹ ਲੂਪ ਦਾ ਕੰਸੈਪਟ ਆ, ਬੜੀ ਈਜ਼ੀਲੀ ਤੁਹਾਨੂੰ ਸਮਝ ਆ ਰਿਹਾ ਹੋਊਗਾ। ਔਰ CH ਦੇ ਵਿੱਚ ਇੰਡੈਕਸਿੰਗ ਪ੍ਰੋਵਾਈਡ ਕਰਨੀ ਆ, C ਦੇ ਵਿੱਚ ਇੰਡੈਕਸਿੰਗ ਪ੍ਰੋਵਾਈਡ ਕਰਨੀ ਆ A ਨੇ। ਔਰ ਅਸੀਂ ਜਾਣਦੇ ਹਾਂ ਕਿ ਉੱਪਰ ਸਾਡੇ ਕੋਲੇ RAM 3 ਕੀਮਤਾਂ ਨੇ। ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਜਿਹੜੀ ਵੈਲਿਊ ਆ ਇੰਡੈਕਸਿੰਗ ਉਹ 0 ਤੋਂ ਸ਼ੁਰੂ ਹੁੰਦੀ ਹੈ ਐਰੇ ਦੀ। ਸਟ੍ਰਿੰਗ ਐਰੇ ਆ ਚਾਹੇ ਉਹ ਸਿੰਪਲ ਐਰੇ ਆ, ਕਰੈਕਟਰ ਐਰੇ ਆ ਚਾਹੇ ਸਾਡਾ ਉਹ ਸਟ੍ਰਿੰਗ ਐਰੇ ਆ। 0 ਫਿਰ 1 ਫਿਰ 2। ਹੁਣ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਦੇਖੋਗੇ ਕਿ ਫਸਟ ਇੱਥੇ ਵੈਲਿਊ ਸਾਡੀ ਕੀ ਹੋਊਗੀ, ਪਹਿਲਾਂ 0। ਵਾਈਲ A ਦੇ ਅੰਦਰ ਗਿਆ ਉਹ 0 ਲੈਸ ਦੈਨ ਇਕੁਅਲ ਟੂ 2, ਇੰਡੈਕਸਿੰਗ ਪ੍ਰੋਵਾਈਡ ਕਰਤੀ ਉਹਨੇ ਇੱਥੇ ਇਹਨੂੰ 0, ਫਿਰ ਉਹਨੂੰ ਇੰਕਰੀਮੈਂਟ ਮਿਲਿਆ, ਫਿਰ ਉਹ ਲੂਪ ਦੇ ਇਸ ਕੰਡੀਸ਼ਨ ਤੇ ਆਇਆ। ਸੈਕਿੰਡ ਵੈਲਿਊ ਉਹਦੀ ਕੀ ਹੋਊਗੀ 1, ਫਿਰ ਉਹਨੇ ਇੱਥੇ ਜਾ ਕੇ ਇੰਡੈਕਸਿੰਗ 1 ਦੇ ਉੱਤੇ ਕੀ ਹੋਊਗਾ ਉੱਪਰੋਂ, ਪਹਿਲਾਂ 0 ਤੇ ਸੀ R ਫਿਰ A, ਫਿਰ ਇਸੇ ਤਰੀਕੇ ਦੇ ਨਾਲ ਉਹ ਥਰਡ ਵੈਲਿਊ ਕੀ ਹੋਊਗੀ M ਲੈਸ ਦੈਨ ਔਰ ਇਕੁਅਲ ਟੂ 2 ਜਦੋਂ ਹੋ ਗਿਆ ਤਾਂ ਨੈਕਸਟ ਲਾਸਟ ਵੈਲਿਊ ਸਾਡੀ ਕੀ ਹੋ ਜਾਂਦੀ ਆ, ਇਨਕਰੀਮੈਂਟ ਦੇ ਨਾਲ 3 ਹੋ ਜਾਣੀ ਆ, ਜਿਹੜੀ ਕਿ ਇੱਥੇ 3 ਲੈਸ ਦੈਨ ਔਰ ਇਕੁਅਲ ਟੂ, ਇੱਥੇ ਕੰਡੀਸ਼ਨ ਗਲਤ ਹੋ ਗਈ, ਫਿਰ ਉੱਥੇ ਸਾਡਾ ਪ੍ਰੋਗਰਾਮ ਕੰਮ ਕਰਨਾ ਬੰਦ ਕਰਦਾ। ਤਾਂ ਇਸ ਤਰੀਕੇ ਦੇ ਨਾਲ ਦੇਖਾਂਗੇ ਕਿ ਅਸੀਂ 0 1 2 ਦੇ ਉੱਤੇ ਇੰਡੈਕਸਿੰਗ RAM ਨੂੰ ਪ੍ਰੋਵਾਈਡ ਕੀਤੀ ਹੋਈ ਹੈ, ਜਿੱਦਾਂ ਅਸੀਂ ਪ੍ਰੀਵੀਅਸ ਡਿਸਕਸ ਕਰ ਚੁੱਕੇ ਹਾਂ ਔਰ ਮੇਰੇ ਖਿਆਲ ਤੁਹਾਨੂੰ ਇਹ ਸਮਝ ਵੀ ਆ ਰਹੀ ਹੋਊਗੀ ਸਾਰੀ ਗੱਲ। ਹੁਣ ਅਸੀਂ ਇਹਨੂੰ ਕੰਪਾਈਲ ਕਰਦੇ ਹਾਂ। ਵਿਦਾਊਟ ਐਰਰ ਸਾਡਾ ਪ੍ਰੋਗਰਾਮ ਕੰਪਾਈਲ ਹੋ ਗਿਆ। ਆਊਟਪੁੱਟ ਦੇਖਾਂਗੇ ਤਾਂ ਤੁਸੀਂ ਦੇਖੋ ਪ੍ਰੀਵੀਅਸ ਆਊਟਪੁੱਟ ਸਾਡੇ ਕੋਲੇ ਇੱਥੇ ਕੰਪਿਊਟਰ ਸੀ ਪਹਿਲਾਂ, ਉਸ ਤੋਂ ਬਾਅਦ RAM ਡਿਸਪਲੇ ਹੋ ਰਹੀ ਆ। ਤਾਂ ਇਸ ਤਰੀਕੇ ਦੇ ਨਾਲ ਅਸੀਂ ਆਪਣੇ ਸਟਰਿੰਗ ਨੂੰ ਡਿਕਲੇਅਰ ਕਰਕੇ ਉਹਨੂੰ ਇਨੀਸ਼ੀਅਲਾਈਜ਼ ਕਰਕੇ ਉਹਨੂੰ ਅਸੀਂ ਸਿੰਪਲ ਵੈਲਿਊ ਪ੍ਰਿੰਟ ਕਰ ਸਕਦੇ ਹਾਂ ਔਰ ਅਸੀਂ ਉਹਨੂੰ ਲੂਪ ਦੇ ਨਾਲ ਵੀ ਉਹਦੀਆਂ ਵੈਲਿਊਜ਼ ਨੇ ਜਿਹੜੀਆਂ ਉਹਨਾਂ ਨੂੰ ਪ੍ਰਿੰਟ ਕਰ ਸਕਦੇ ਹਾਂ। ਉਮੀਦ ਕਰਦਾ ਕਿ ਤੁਹਾਨੂੰ ਅੱਜ ਦੇ ਇਸ ਸੈਸ਼ਨ ਦੇ ਵਿੱਚ ਜਿੰਨਾ ਵੀ ਅਸੀਂ ਥਿਊਰੀ ਔਰ ਪ੍ਰੈਕਟੀਕਲ ਦੇ ਵਿੱਚ ਡਿਸਕਸ ਕੀਤਾ ਉਹ ਸਾਰਾ ਸਮਝ ਆ ਗਿਆ ਹੋਊਗਾ।
ਔਰ ਇਹਨਾਂ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਸਾਰਿਆਂ ਨੇ। ਤੇ ਮੈਂ ਉਮੀਦ ਕਰਦਾ ਕਿ ਤੁਸੀਂ ਘਰ ਬੈਠੇ ਇਸ ਤਰੀਕੇ ਦੇ ਨਾਲ ਸਾਰਾ ਕੰਮ ਆਪਣਾ ਪੂਰਾ ਕਰ ਰਹੇ ਹੋਵੋਗੇ। ਤੇ ਮੈਂ ਹੁਣ ਟਾਸਕ ਮੈਂਸ਼ਨ ਕਰੂੰਗਾ ਇੱਥੇ ਨਾਲ ਹੀ, ਔਰ ਇਹਨਾਂ ਟਾਸਕ ਨੂੰ ਤੁਸੀਂ ਜ਼ਰੂਰ ਪੂਰਾ ਕਰਨਾ ਸਾਰੇ ਬੱਚਿਆਂ ਨੇ। ਠੀਕ ਆ, ਥੈਂਕ ਯੂ ਵੈਰੀ ਮੱਚ।